ਦੇ ਰੋਕੋ ਨਹੀਂ ਕਰ ਸਕਦੇ ਅਸੀਂ ਲੋਕ ਇਹ ਲੇਕਿन ਸਾਡੀ ਇਹ ਇਸ ਮਜਬੂਰੀ ਦਾ ਸਰਕਾਰ ਕਮਜ਼ੋਰੀ ਸਮਝ ਕੇ ਫਾਇਦਾ ਉਠਾਉਂਦੀ ਚਲੀ ਜਾ ਰਹੀ ਹੈ ਇਹ ਵੀ ਠੀਕ ਨਹੀਂ ਹੈ। ਇਹ ਹੁਣ ਚੁੱਕਾ ਮਸਲੇ ਉੱਥੇ ਹੀ ਹੈ ਅਸੀਂ ਹੱਥ ਜੋੜ ਕੇ ਜਾਂਦੇ ਹਾਂ ਆਪਣੀ ਗੱਲ ਬਿਨਾਂ ਮਨਵਾਏ ਵਾਪਸ ਆਉਂਦੇ ਹਾਂ ਲੇਕਿਨ ਹੁਣ ਮੈਂ ਚਾਹੁੰਦਾ कि वो कुछ दिन बाकी है और वो सारे मसले साढ़े जोड़े अज तक पूरे नहीं हुए उन्होंने करन। मैं गुजारिश करूँगा उपकार सिंह हुजा जी प्रेजिडेंट CICU कि वो भी अपने विचार सरकार देखो सारिया पार्टियां किसी मैं तो कहना प्रपोज बजट दो जितना करोड़ कमिट कर देवांगे ਉਹਦਾ ਰੈਵਨਿਊ ਕਿੱਥੋਂ ਆਏਗਾ। ਅਸੀਂ ਬੈਂਕ ਤੋਂ ਲੋਨ ਲੈਣ ਜਾਈਦਾ ਨਾ ਕਹਿੰਦਾ ਜੀ ਅਗਲੇ ਤੁਸੀਂ 3 ਸਾਲ ਦੀ ਪ੍ਰੋਜੈਕਸ਼ਨ ਦਿਓ सरकार आके फ्री कहती कि ਅਸੀਂ ਹਰੇਕ ਚੀਜ਼ ਬਿਜਲੀ ਫ੍ਰੀ ਦਵਾਂਗੇ ਇੰਨੇ ਯੂਨਿਟ ਹਰੇਕ ਪਾਰਟੀ ਇਹ ਵਾਅਦਾ ਕਰਦੀ ਹੈ। ਦੇਖੋ ਜੀ ਉਹ ਜਿਹੜੇ ਵੀ ਫ੍ਰੀ ਬਿਜਲੀ ਦੀ ਗੱਲ ਕਰਦੀ ਹੈ ਉਹ ਡੋਮੈਸਟਿਕ ਨੂੰ ਕਰਦੀ ਹੈ ਔਰ ਬੜੇ 100 ਯੂਨਿਟਸ ਤੱਕ ਦੀ ਗੱਲ ਕਰਦੀ ਹੈ ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਵੀ ਹੋਰ ਕਿਸੇ ਪ੍ਰਾਂਤਾਂ 'ਚ ਹੋਇਆ ਦਿੱਲੀ ਵਰਗੀ ਸਟੇਟ ਦੇ ਵਿੱਚ ਹੋਇਆ ਲੇਕਿਨ ਅਸੀਂ ਫਿਰ ਵੀ ਅਸੀਂ ਚਾਹੁੰਦੇ ਹਾਂ ਵੀ ਕਿਸੇ ਤਰ੍ਹਾਂ ਦਾ ਵੀ ਫ੍ਰੀ ਦਾ ਜਿਹੜਾ ਉਹ ਹੈ ਸਰਕਾਰ ਨਾ ਦੇਵੇ ਔਰ ਜੇ ਦੇਵੇ ਤੇ ਉਹਦਾ ਬੋਝ ਇੰਡਸਟਰੀ ਦੇ ਉੱਪਰ ਨਾ ਆਵੇ। ਤੁਹਾਨੂੰ ਕਿਉਂ ਲੱਗਦਾ ਵੀ ਇੰਡਸਟਰੀ ਦੇ ਬੋਝ ਆਵੇ? ਤੇ ਦੇਖੋ ਜਿਹੜੀ ਇੰਡਸਟਰੀ ਹੈ ਸਹੀ ਰੈਵਨਿਊ ਤਾਂ ਇੰਡਸਟਰੀ ਤੋਂ ਹੀ ਜਨਰੇਟ ਹੁੰਦਾ ਟੈਕਸ ਸਾਰੀ ਇੰਡਸਟਰੀ ਪੇ ਕਰਦੀ ਹੈ ਤੇ ਅਗਰ ਕੋਈ ਕਿਸੇ ਤਰ੍ਹਾਂ ਦਾ ਬੋਝ ਪੈਂਦਾ ਹੈ ਟੈਕਸਾਂ ਦਾ ਤੇ ਉਹ ਇੰਡਸਟਰੀ ਦੇ ਉੱਪਰ ਹੀ ਆਏਗਾ। ਅਗਰ ਅਸੀਂ ਬਿਜਲੀ ਦਾ ਵੀ ਖਰਚਾ ਦੇਖਾਂਗੇ ਅਗਰ ਕਿਸੇ ਨੂੰ ਫ੍ਰੀ ਦੇਣਗੇ ਤੇ ਅਲਟੀਮੇਟਲੀ ਉਹ ਇੰਡਸਟਰੀ ਦੇ ਉੱਪਰ ਹੀ ਰਿਫਲੈਕਟ ਕਰੇਗਾ। पंकज जी एक चीज साफ लफ्ज़ां च कि पिछले 5 साल पहला जो सरकार सत्ता च आई जिहड़े वादे कीते सी इंडस्ट्री के प्रति की वो वादे इंडस्ट्री तक पूरे हो गए या नहीं जे अगर होए तो किन्ने होए नहीं होए तो क्यों? देखो जी ਅਸੀਂ ਕਹਿੰਦੇ ਆ ਜੀ ਸਰਕਾਰ ਨੇ 99% ਵਾਅਦੇ ਆਪਣੇ ਪੂਰੇ ਕੀਤੇ ਆ। ਸਭ ਤੋਂ ਵੱਡਾ ਇੱਕ ਇਹਦਾ ਪ੍ਰੂਫ ਹੈਗਾ ਕਿ ਜਿਹੜਾ एयरपोर्ट है वो हुण कितनी जल्दी तैयार होके बिल्कुल ऑलमोस्ट तैयार हो गया और होर 6 महीने च उन्हें अपना काम शुरू भी कर देना। सारे मसले रिजॉल्व होए हैं सारे वादे सरकार ने पूरे किए हैं। चंद मसले जोड़े रह गए ने असी उन्हां दे लई सरकार नूं हमेशा अपनी रिक्वेस्ट करते हैं भी वो जोड़े चंद मसले उन्हां दी नज़र च नहीं गए नज़रअंदाज हो गए ने किसी भी कारण मे बी ड्यू टू सम टैक्नीकल रीजन या मे बी ड्यू टू सम फाइनैंशियल रीजन वो असी चाहते हैं भी वो रिजॉल्व हो जान। ਜਿਹੜੇ ਕੁਝ ਚੰਦ ਦਿਨ ਰਹਿ ਗਏ ਨੇ ਕੋਡ ਆਫ ਕੰਡਕਟ ਲੱਗਣ ਦੇ ਲਈ ਉਸ ਤੋਂ ਪਹਿਲੇ ਰਿਜ਼ੋਲਵ ਹੋ ਜਾਣਗੇ ਤੇ ਉਹਦਾ ਫਾਇਦਾ ਇੰਡਸਟਰੀ ਨੂੰ ਹੋ ਜਾਏਗਾ। ਨਹੀਂ ਤਾਂ ਫਿਰ ਜੇ ਲੇਟ ਹੋ ਜਾਵਾਂਗੇ ਤਾਂ ਫਿਰ ਅਗਲੀ ਟੈਨਿਓਰ ਦੇ ਵਿੱਚ ਉਹ ਮਸਲੇ ਰਹਿ ਜਾਣਗੇ। ਸਰ 1% ਦੀ ਨਵੀਂ ਗੱਲ ਕੀਤੀ ਹੈ ਇੰਡਸਟਰੀ ਖੁਸ਼ ਹੈ ਕਿ ਉਹਨਾਂ ਨੇ 99% ਤੁਹਾਡੇ ਵਾਅਦੇ ਪੂਰੇ ਕਰ ਦਿੱਤੇ। ਦੇਖੋ ਜੀ ਇੰਡਸਟਰੀ ਨੂੰ ਇੰਡਸਟਰੀ 'ਚ ਕਿਸੇ ਤਰ੍ਹਾਂ ਦਾ ਰੋਸ਼ ਨਹੀਂ ਹੈ ਸਰਕਾਰ ਦੇ ਲਈ। इंडस्ट्री किसी तरह की कोई कंप्लेंट नहीं कर सकती कोई ऐसा मसला नहीं खड़ा कर सकती कि सरकार ने ये मसला रिजॉल्व नहीं किया। हाँ ਜਿਹੜਾ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਮਸਲੇ ਰਿਜ਼ੋਲਵ ਜਿਹੜੇ ਉਹਨਾਂ ਨੇ ਆਪਣੀ ਅਨਾਉਂਸਮੈਂਟਸ ਕੀਤੀਆਂ ਚੰਦ ਜਿਹੜੀਆਂ ਅਨਾਉਂਸਮੈਂਟਸ ਉਹ ਨੋਟੀਫਾਈ ਕਰਨ 'ਚ ਡਿਲੇ ਜ਼ਰੂਰ ਹੋ ਗਿਆ। ਜਿੱਦਾਂ ਮੈਂ ਜ਼ਿਕਰ ਕੀਤਾ ਚੰਨੀ ਸਾਹਿਬ ਆਏ ਉਹਨਾਂ ਨੇ ਰਿਜ਼ੋਲਵ ਕੀਤਾ ਉਹ ਹੁਣ ਵੈਟ ਦਾ ਜਿਹੜਾ ਸੁਣਨ ਜਾ ਰਿਹਾ ਅੱਜ ਕੱਲ੍ਹ ਦੇ ਵਿੱਚ ਉਹ ਨੋਟੀਫਾਈ ਹੋ ਗਿਆ। ਅਸੈਸਮੈਂਟ ਜਿਹੜੇ ਕੇਸਿਸ ਆ ਉਹ ਵਿਦਡਰਾ ਕੀਤੇ ਗਏ ਨੇ। ਇਸੇ ਤਰ੍ਹਾਂ ਜਿਹੜਾ 5 ਰੁਪਏ ਯੂਨਿਟ ਦੀ ਗੱਲ ਕੀਤੀ ਹੈ ਵੱਡੇ ਜਿਹੜੇ ਇਦਾਰੇ ਹੈ ਸਪਿਨਿੰਗ ਮਿਲਸ ਹੈ ਫਰਨੈਸ ਰੋਲਿੰਗ ਮਿਲਸ ਹੈ ਉਹਨਾਂ ਨੇ ਇਹਦਾ ਭਰਪੂਰ ਫਾਇਦਾ ਉਠਾਇਆ। उसी उन्होंने बदौलत ही सस्ती बिजली की बदौलत ही उन्होंने एक्सपेंशन हुई हैं पंजाब दे विच ਉਹਦਾ ਤੁਸੀਂ GST ਦਾ ਜਿਹੜੀ ਕਲੈਕਸ਼ਨ ਹੈ ਉਹਦਾ ਤੁਸੀਂ ਇੰਪੈਕਟ ਦੇਖ ਸਕਦੇ ਹੋ। ਅਗਰ ਕਿਤੇ ਕੋਈ ਮਸਲਾ ਰਹਿ ਗਿਆ ਅਗਰ ਚੰਦ ਜਿਹੜੇ ਛੋਟੇ ਇਦਾਰੇ ਆ ਉਹਦਾ ਨਹੀਂ ਫਾਇਦਾ ਉਠਾ ਸਕੇ ਉਹ ਬਿਕੋਜ਼ ਆਫ ਲੈਕ ਆਫ ਅਵੇਅਰਨੈਸ ਹੈ ਜਿਹੜੇ ਨਹੀਂ ਉਠਾ ਪਾਏ ਉਹਦਾ ਮਸਲੇ ਦਾ ਹੱਲ ਵੀ ਸਰਕਾਰ ਨੂੰ ਚਾਹੀਦਾ ਹੈ ਔਰ ਬਿਜਲੀ ਬੋਰਡ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਅੱਛੀ ਤਰ੍ਹਾਂ ਗਾਈਡ ਕਰਕੇ ਉਹਨਾਂ ਨੂੰ ਵੀ ਉਹਦੇ ਵਿੱਚ ਲੈ ਕੇ ਆਉਣ। ਸਰਕਾਰ ਨੇ ਸਿੰਗਲ ਵਿੰਡੋ ਸਿਸਟਮ ਲਗਾਇਆ ਉਹਦੇ ਵਿੱਚ ਬਹੁਤ ਲੋਕਾਂ ਨੇ ਫਾਇਦਾ ਉਠਾਇਆ ਔਰ ਮੈਨੂੰ ਲੱਗਦਾ ਹੈ ਕੋਈ ਐਸਾ ਮਸਲਾ ਹੈ ਨਹੀਂ ਜਿਹੜਾ ਰਹਿ ਗਿਆ ਹੋ। ਸਰ ਇੱਕ ਮਿਕਸਡ ਲੈਂਡ ਯੂਜ਼ ਲੈਂਡ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ 2022 ਦੇ ਵਿੱਚ ਹੁਣ ਮੈਨੂਫੈਕਚਰ ਵਿੱਚ ਪਾਉਣ ਦੀ ਗੱਲ ਕੀਤੀ ਉਹਦੇ ਵਿੱਚ ਵੀ ਸਾਡਾ ਸਰਕਾਰ ਨਾਲ CM ਸਾਹਿਬ ਨਾਲ ਔਰ ਭਰਤ ਭੂਸ਼ਣ ਅਸ਼ੂ ਜੀ ਨੇ ਵੀ ਇਹ ਮਸਲਾ ਕਈ ਵਾਰ ਚੱਕਿਆ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਜਲਦੀ ਹੀ ਇਹ ਸਾਡੀ ਫੇਵਰ 'ਚ ਰਿਜ਼ੋਲਵ ਹੋਏਗਾ ਔਰ ਸਰਕਾਰ ਇੱਕ ਬੜਾ ਅੱਛਾ ਪਲਾਨ ਮਾਸਟਰ ਪਲਾਨ ਦੇ ਵਿੱਚ ਵੀ ਮਿਕਸ ਯੂਜ਼ ਲੈਂਡ ਨੂੰ ਇੰਪਲੀਮੈਂਟ ਕਰਨ ਜਾ ਰਹੀ ਹੈ ਔਰ ਸਾਨੂੰ ਇਹ ਜਲਦੀ ਹੀ ਇਹਦਾ ਰਿਲੀਫ ਮਿਲੇਗਾ। 4.5 ਸਾਲ ਪਹਿਲਾਂ ਕੈਪਟਨ ਸਰਕਾਰ ਦੀ ਸਰਕਾਰ ਹੁੰਦੀ ਸੀ ਇੱਥੇ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਵਪਾਰ ਵਧਿਆ ਤੇ ਤੁਸੀਂ ਕੀ ਮੰਨਦੇ ਹੋ ਉਹਨੂੰ ਵਪਾਰ ਵਧਿਆ ਸੀ ਤੁਸੀਂ ਮੰਨੇ ਹੋ ਆਪ ਹੀ ਮੰਨੇ ਹੋ ਆਪਣੇ? ਨਹੀਂ ਜੀ ਵਪਾਰ ਨਾ ਵਧਣ ਵਾਲੀ ਤਾਂ ਕੋਈ ਗੱਲ ਨਹੀਂ ਕਿਸੇ ਨੇ ਕਹੀ ਪ੍ਰੈਸ ਕਾਨਫਰੰਸ। ਵਪਾਰ ਡੈਫੀਨੇਟਲੀ ਵਧਿਆ ਔਰ ਵਪਾਰ ਹੁਣ ਵੀ ਵਧ ਰਿਹਾ
पोस्ट कोविड अगर तुसी देखो सैकेंड वेव ऑफ कोविड वैसे भी सेंटीमेंट्स इंप्रूव होए और इंडस्ट्री पूरे फुल ग्रोथ ਤੇ ਚੱਲ ਰਹੀ ਹੈ। ਸਰ ਸਾਰੀਆਂ ਪਾਰਟੀਆਂ ਮੀਟਿੰਗ ਕਰ ਰਹੀਆਂ ਨੇ, ਕੀ ਤੁਸੀਂ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਵੀ ਜਿਹੜੇ ਫ੍ਰੀ ਵਾਲੇ ਵਾਅਦੇ ਆ ਉਹ ਨਾ ਕੀਤੇ ਜਾਣ, ਕਿਉਂਕਿ ਸਾਰੀਆਂ ਮੀਟਿੰਗ ਕਾਰੋਬਾਰੀਆਂ ਨੂੰ ਵੀ ਮੇਨ ਟਾਰਗੇਟ ਕੀਤਾ ਜਾ ਰਿਹਾ, ਬਾਰ-ਬਾਰ ਮੀਟਿੰਗਾਂ ਕਾਰੋਬਾਰੀਆਂ ਨਾਲ ਹੋ ਰਹੀਆਂ। ਦੇਖੋ ਜੀ, ਅਸੀਂ ਪ੍ਰੈਸ ਇੱਕ ਬਹੁਤ ਵੱਡਾ, ਜਿੱਦਾਂ ਦੱਸਿਆ ਗਿਆ ਕਿ ਬਹੁਤ ਵੱਡਾ ਇੱਕ ਪਿਲਰ ਹੈ ਸੋਸਾਇਟੀ ਦਾ, ਔਰ ਪ੍ਰੈਸ ਬਹੁਤ ਅੱਜ ਦੀ ਤਰੀਕ 'ਚ ਬਹੁਤ ਪਾਵਰਫੁਲ ਸੋਰਸ ਹੈ ਆਪਣੀ ਆਵਾਜ਼ ਬੁਲੰਦ ਕਰਨ ਦਾ। ਅਸੀਂ ਤੁਹਾਡੇ ਰਾਹੀਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਕਹਿੰਦੇ ਹਾਂ ਕਿ ਕਿਸੇ ਤਰ੍ਹਾਂ ਦਾ ਐਸਾ ਵਾਅਦਾ ਵੋਟਰਸ ਦੇ ਨਾਲ ਨਾ ਕੀਤਾ ਜਾਵੇ, ਜਾਂ ਤਾਂ ਪੂਰਾ ਨਾ ਕੀਤਾ ਜਾਵੇ ਕਿ ਕਰ ਸਕਣ ਪੋਲੀਟੀਕਲ ਪਾਰਟੀ, ਔਰ ਜਾਂ ਉਹਦਾ ਬਰਡਨ, ਉਹਦਾ ਬੋਝ ਇੰਡਸਟਰੀ ਦੇ ਉੱਪਰ ਆਵੇ। ਇਹ ਅਸੀਂ ਹਮੇਸ਼ਾ ਉਹਨਾਂ ਨੂੰ ਅਪੀਲ ਕਰਦੇ ਆਏ ਹਾਂ। ਜਿੰਨਾ ਵੀ ਪੋਲੀਟੀਕਲ ਪਾਰਟੀਆਂ ਨਾਲ ਸਾਡੀ ਮੀਟਿੰਗ ਹੋਈ ਹੈ, ਉਹਨਾਂ ਨੂੰ ਅਸੀਂ ਇੱਕ ਰਿਕੁਐਸਟ ਕੀਤੀ ਹੈ ਕਿ ਪੰਜਾਬ ਦੇ ਉਦਯੋਗਪਤੀਆਂ ਨੂੰ ਤੁਹਾਡੀ ਹੈਲਪ ਦੀ ਲੋੜ ਨਹੀਂ ਹੈ। तो ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਕਿਸੇ ਵੀ ਕੰਮ ਨੂੰ ਰੁਕਾਵਟ ਨਾ ਆਵੇ। ਅਸੀਂ ਆਪਣੇ ਦਮ ਤੇ ਹੀ ਇੰਡਸਟਰੀ ਗਰੋਥ ਕਰਨ 'ਚ ਲੱਗੇ ਰਵਾਂਗੇ। ਸਾਨੂੰ ਕਿਸੇ ਤਰ੍ਹਾਂ ਦੇ ਫ੍ਰੀ ਬੀਜ ਦੀ ਲੋੜ ਨਹੀਂ ਹੈ। ਚੈਂਬਰ ਟਾਈਮ ਟੂ ਟਾਈਮ ਜਿੰਨੇ ਵੀ ਇੰਡਸਟਰੀ ਦੇ ਮਸਲੇ ਹੈ, ਚੈਂਬਰ ਇੱਕ ਸਾਰੀਆਂ ਐਸੋਸੀਏਸ਼ਨਾਂ ਦੀ ਅੰਬ੍ਰੇਲਾ ਆਰਗੇਨਾਈਜੇਸ਼ਨ ਹੈ, ਔਰ ਸਾਡੇ ਨਾਲ ਫਰਦਰ 30 ਤੋਂ ਜ਼ਿਆਦਾ ਐਸੋਸੀਏਸ਼ਨਾਂ ਐਫੀਲੇਟਿਡ ਹੈ। ਅਸੀਂ ਤਕਰੀਬਨ ਪੰਜਾਬ ਦੀ ਸਾਰੀ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦੇ ਹਾਂ, ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਇਹ ਖਾਸ ਤੌਰ ਤੇ ਇਸ ਲਈ ਕੀਤੀ ਗਈ ਹੈ ਵੀ ਇੱਕ ਜਿਹੜਾ ਸਾਡਾ ਇਨਹਾਂਸਮੈਂਟ ਦਾ ਇਸ਼ੂ ਹੈ ਚੱਲ ਰਿਹਾ, ਔਰ ਅਸੀਂ ਕਾਫੀ ਦੇਰ ਤੋਂ OTS ਦੀ ਡਿਮਾਂਡ ਕਰ ਰਹੇ ਹਾਂ। ਉਹ ਕੰਮ ਕਾਫੀ ਨੇੜੇ ਪਹੁੰਚਿਆ ਹੋਇਆ, ਔਰ ਇੰਡਸਟਰੀ ਦੇ ਇਹਦੇ ਕਰਕੇ ਬੜੇ ਕੰਮ ਰੁਕੇ ਹੋਏ ਆ। ਜਿੱਦਾਂ ਕਿ ਕਿਸੇ ਨੇ ਜੇ ਰਜਿਸਟਰੀ ਚੇਂਜ ਕਰਨੀ ਹੈ ਬੈਂਕ ਤੋਂ, ਜੇ ਕਿਸੇ ਨੇ ਕੋਈ ਇਨਹਾਂਸਮੈਂਟ ਕਰਾਣੀ ਹੈ ਲੋਨ ਦੀ, ਉਹ ਸਾਰੇ ਕੰਮ ਸਾਡੇ ਰੁਕੇ ਹੋਏ ਆ। ਅੱਜ ਅਸੀਂ ਇਹ ਬੇਨਤੀ ਕਰਨ ਲਈ ਸਰਕਾਰ ਨੂੰ ਰਿਕੁਐਸਟ ਕਰਨ ਲਈ ਵੀ ਇਹਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕੀਤਾ ਜਾਏ। ਇਹ ਪ੍ਰੈਸ ਕਾਨਫਰੰਸ ਸਾਡੇ ਨਾਲ ਫੇਸ 8 ਤੋਂ, ਔਰ ਸਾਰੇ ਜਿਹੜੀਆਂ ਪ੍ਰਮੁੱਖ ਐਸੋਸੀਏਸ਼ਨ ਹੈ ਉਹ ਸਾਡੇ ਨਾਲ ਅੱਜ ਜੁੜੀਆਂ, ਔਰ ਸਰਕਾਰ ਨੇ ਅਸੀਂ ਧੰਨਵਾਦੀ ਵੀ ਹਾਂ ਵੀ ਪਿਛਲੇ ਟਾਈਮ ਸਾਡੇ ਬਹੁਤ ਮਸਲੇ ਸੀ, ਜਿੱਦਾਂ ਕਿ CLU ਦੇ ਵਿੱਚ ਕਈ ਅੜਚਣਾਂ ਸੀ। ਇਸ ਤੋਂ ਇਲਾਵਾ ਰੋਡਸ ਬਣਾਉਣ ਦਾ ਕੰਮ ਸੀ, ਫੋਕਲ ਪੁਆਇੰਟ ਜੋ ਕਾਫੀ ਹੱਦ ਤੱਕ ਪੂਰਾ ਹੋ ਗਿਆ। ਇੰਸਟੀਟਿਊਸ਼ਨਲ ਟੈਕਸ ਸੀ ਉਹ ਸਰਕਾਰ ਨੇ ਅਬੋਲਿਸ਼ ਕਰ ਦਿੱਤਾ। ਪੁਰਾਣੇ ਵੈਟ ਦੇ ਕੇਸਿਸ ਸੀ ਜਿੰਨੇ ਵੀ, ਉਹ ਕਾਫੀ ਹੱਦ ਤੱਕ ਰਿਜ਼ੋਲਵ ਕਰ ਦਿੱਤੇ ਗਏ, ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਅਸੀਂ ਹੱਲ ਕਰ ਦਿੱਤੀਆਂ। ਹੁਣ ਜਿਹੜਾ PSIC ਦਾ ਕੰਮ ਹੈ, ਇਹ ਕਿਉਂਕਿ ਕਾਫੀ ਦੇਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇਹਨੂੰ ਜਲਦੀ ਤੋਂ ਜਲਦੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਰਿਜ਼ੋਲਵ ਕੀਤਾ ਜਾਵੇ। ਬਾਕੀ ਸਰਕਾਰ ਨੇ ਕਿਹਾ ਵੀ 75% ਜਿਹੜੇ ਪੰਜਾਬੀ ਡੋਮਿਸਾਈਲ ਅਸੀਂ ਇੰਡਸਟਰੀ ਦੇ ਵਿੱਚ ਰੱਖਾਂਗੇ, ਉਹ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਉਹਨੂੰ MSME ਨੂੰ ਉਹਦੇ ਤੋਂ ਐਗਜ਼ੈਂਪਟ ਕਰ ਦਿੱਤਾ ਜਾਵੇ, ਕਿਉਂਕਿ MSME ਬਹੁਤ ਛੋਟੀ ਇੰਡਸਟਰੀ ਹੈ, ਉਹਦੇ 'ਚ ਬਾਹਰਲੇ ਵਰਕਰ ਕਾਫੀ ਕੰਮ ਕਰਦੇ ਆ। ਸੋ ਇਹ ਅਸੀਂ ਰਿਕੁਐਸਟ ਕਰਦੇ ਹਾਂ ਵੀ MSME ਨੂੰ ਉਹਦੇ ਤੋਂ ਐਗਜ਼ੈਂਪਟ ਕਰ ਦਿੱਤਾ ਜਾਵੇ। ਇੱਕ ਜਿੰਨੇ ਵੀ ਅਨਾਉਂਸਮੈਂਟ ਹੋਈਆਂ ਉਹਦੀਆਂ ਜਿਹੜੀਆਂ ਨੋਟੀਫਿਕੇਸ਼ਨ ਪੈਂਡਿੰਗ ਹੈ, ਉਹਨਾਂ ਨੂੰ ਜਲਦੀ ਤੋਂ ਜਲਦੀ ਨੋਟੀਫਾਈ ਕਰਕੇ ਇੰਡਸਟਰੀ ਨੂੰ ਜਿਹੜੀ ਹੈ ਰਾਹਤ ਦਿੱਤੀ ਜਾਵੇ। PSPCL ਦੇ ਮਸਲੇ ਹੈ, ਕੁਝ ਪਾਵਰ ਇੰਟੈਂਸਿਵ ਯੂਨਿਟਸ ਨੂੰ ਉਹਨਾਂ ਨੇ ਪੈਨਲਟੀਜ਼ ਲਾਈਆਂ, ਉਹ ਅਸੀਂ ਕਹਿੰਦੇ ਹਾਂ ਵੀ ਇਹ ਚਾਰजेस ਲਗਾਣੇ ਅਗਲੀ ਡੇਟ ਤੋਂ ਲਗਾ ਲਓ, ਪਰ ਬੈਕ ਡੇਟ ਤੋਂ ਜਿਹੜੀਆਂ ਪੈਨਲਟੀਜ਼ ਲਗਾਈਆਂ ਉਹ ਨਾ ਲਗਾਈਆਂ ਜਾਣ। ਇਸ ਤਰ੍ਹਾਂ ਹੀ ਸਰਕਾਰ ਨੇ ਜਿਹੜੀ ਮਿਨੀਮਮ ਵੇਜ ਵਧਾਈ ਹੈ ਉਹ ਵੀ ਬੈਕ ਡੇਟ ਤੋਂ ਵਧਾਈ ਹੈ। ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਉਹ ਜੇ ਵਧਾਣੀ ਹੈ ਤਾਂ ਉਹਨੂੰ ਕਰੰਟ ਡੇਟ ਤੋਂ ਵਧਾਇਆ ਜਾਏ, ਕਿਉਂਕਿ ਬੈਕ ਡੇਟ ਤੋਂ ਜਿਹੜਾ ESI ਪ੍ਰੋਵੀਡੈਂਟ ਫੰਡ ਹੋਰ ਬਹੁਤ ਸਾਰੇ ਮਸਲੇ ਉਲਝ ਜਾਂਦੇ ਆ। ਤੇ ਇਹਨੂੰ ਜਿਹੜੀਆਂ ਚੀਜ਼ਾਂ ਸਾਨੂੰ, ਅਸੀਂ ਕੋਈ ਬਹੁਤੀਆਂ ਸਬਸਿਡੀਜ਼ ਨਹੀਂ ਮੰਗਦੇ ਸਰਕਾਰ ਤੋਂ, ਅਸੀਂ ਕਹਿੰਦੇ ਹਾਂ ਵੀ ਇੱਥੇ ਬਿਜ਼ਨਸ ਵੱਧ ਸਕਦਾ, ਸਿਰਫ ਜਿਹੜੀਆਂ ਹਰਡਲਸ ਹੈ ਸਾਡੀਆਂ ਉਹ ਰਿਮੂਵ ਕਰ ਦਿੱਤੀਆਂ ਜਾਣ। ਇਸ ਦੋ ਦਿਨ ਪਹਿਲਾਂ ਮੈਂ ਸਟੀਲ ਮਿਨਿਸਟਰ ਸ਼੍ਰੀ ਪਿਊਸ਼ ਗੋਇਲ ਜੀ ਨੂੰ ਮਿਲਿਆ ਸੀ, ਔਰ ਸਟੀਲ ਦੇ ਪ੍ਰਾਈਸਿਸ ਬਹੁਤ ਵੱਧ ਰਹੇ ਹੈ। ਇਸ ਤੋਂ ਇਲਾਵਾ ਹੋਰ ਵੀ ਸੈਂਟਰ ਨਾਲ ਕਈ ਮਸਲੇ ਹੈ, ਤੇ ਉਹਨਾਂ ਨੇ ਕੱਲ ਦੁਬਾਰਾ ਮੀਟਿੰਗ ਰੱਖੀ ਹੈ ਖਾਸ ਤੌਰ ਤੇ ਸਟੀਲ ਦੇ ਮਸਲੇ ਲਈ ਵੀ MSME ਨੂੰ ਸਟੀਲ ਕਿੱਦਾਂ ਸਸਤੇ ਰੇਟ ਤੇ ਮਿਲ ਸਕਦਾ। ਸੋ ਜਿੰਨੇ ਵੀ ਸਾਡੇ ਪੁਆਇੰਟ ਹੈ, ਚਾਹੇ ਸੈਂਟਰ ਦੇ ਹੈ ਚਾਹੇ ਸਟੇਟ ਦੇ ਹੈ, ਸੋ ਵੀ ਆਰ ਨੋਕਿੰਗ ਐਂਡ ਵੀ ਆਰ ਟ੍ਰਾਈਂਗ ਟੂ ਰਿਜ਼ੋਲਵ ਦੋਜ਼ ਇਸ਼ੂ ਐਜ਼ ਫਾਸਟ ਐਜ਼ ਪੋਸੀਬਲ। ਪੰਜਾਬ ਸਰਕਾਰ ਨਾਲ ਅਗਰ ਮਾਮਲਾ ਨਹੀਂ ਹੱਲ ਹੁੰਦਾ ਹੈ ਤਾਂ ਫਿਰ ਤੁਸੀਂ ਕਿਵੇਂ ਅਗਲਾ ਸਟੈਪ ਚੁੱਕੋਗੇ? ਕਿ ਪ੍ਰੋਬਲਮ ਫਿਰ ਤੁਸੀਂ ਕਹਿੰਦੇ ਸੀ ਵਿਰੋਧ ਕਰਨਾ ਨਹੀਂ, ਸਿਆਸੀ ਸਾਡੀ ਦੇਖੋ ਤੁਸੀਂ ਸਾਡਾ ਬੜਾ ਸਟਰੋਂਗ ਪਿਲਰ ਹੋ। ਜਿਹੜੀ ਪ੍ਰੈਸ ਹੈ ਉਹ ਅੱਜ ਦੀ ਤਰੀਕ ਵਿੱਚ ਡੈਮੋਕ੍ਰੇਸੀ ਦਾ ਇੱਕ ਬੜਾ ਸਟਰੋਂਗ ਪਿਲਰ ਹੈ। ਅਸੀਂ ਪ੍ਰੈਸ ਦੇ ਥਰੂ ਇਹ ਕੋਸ਼ਿਸ਼ ਕਰ ਰਹੇ ਹਾਂ, ਔਰ ਬਾਕੀ ਆਪਣੇ ਜਿੰਨੇ ਵੀ ਰਿਪਰੈਜ਼ੈਂਟੇਸ਼ਨ ਭੇਜ ਕੇ ਸਾਨੂੰ ਪੂਰੀ ਉਮੀਦ ਹੈ ਵੀ ਇਹ ਮਸਲੇ ਸਾਡੇ ਹੱਲ ਹੋ ਜਾਣਗੇ, ਕਿਉਂਕਿ ਹੜਤਾਲਾਂ ਕਰਨੀਆਂ ਵਪਾਰੀ ਔਰ ਇੰਡਸਟਰੀਅਲਿਸਟ ਖਾਸ ਤੌਰ ਤੇ ਹੜਤਾਲਾਂ ਕਰਨੀਆਂ ਕੋਈ ਸਾਡੇ ਲਈ ਸੂਟੇਬਲ ਨਹੀਂ, ਨਾ ਹੀ ਅਸੀਂ ਹੜਤਾਲ ਕਰ ਸਕਦੇ ਹਾਂ। ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ, ਔਰ ਸਾਨੂੰ ਪੂਰੀ ਉਮੀਦ ਹੈ ਇੰਡਸਟਰੀ ਦੀ ਗੱਲ ਕੋਈ ਨਹੀਂ ਮੋੜਦਾ, ਹਰ ਕਿਸੇ ਨੂੰ ਇੰਡਸਟਰੀ ਚਾਹੀਦੀ ਹੈ। ਨਵੇਂ ਮੁੱਖ ਮੰਤਰੀ ਨਾਲ ਕਈ ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਕਾਰੋਬਾਰੀਆਂ ਨਾਲ, ਕੀ ਮਸਲੇ ਜਿਹੜੇ ਨੇ ਉਠਾਏ ਨਹੀਂ ਗਏ ਸੀ ਜਾਂ ਇਹਨਾਂ ਮਸਲਿਆਂ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ? ਨਹੀਂ, ਅਸੀਂ ਕੋਈ ਦੇਖੋ ਕਈ ਮਸਲੇ ਅਸੀਂ ਲਿਖ ਕੇ ਦਿੱਤੇ ਸੀ, ਉਹਨਾਂ 'ਚੋਂ ਮੈਂ ਜਿੱਦਾਂ ਪਹਿਲਾਂ ਦੱਸ ਸਕਿਆ ਵੀ ਕਈ ਮਸਲੇ ਸਾਡੇ ਲੋਕਲ ਮਿਨਿਸਟਰ ਸਾਹਿਬ ਨੇ, ਆਸ਼ੂ ਸਾਹਿਬ ਨੇ, ਫਾਈਨਾਂਸ ਮਿਨਿਸਟਰ ਸਾਹਿਬ ਨੇ, ਚੰਨੀ ਸਾਹਿਬ ਨੇ,
ਇਹ ਰਲ ਮਿਲ ਕੇ ਔਰ ਕੋਟਲੀ ਸਾਹਿਬ ਨੇ ਰਿਜ਼ੋਲਵ ਕਰਾ ਦਿੱਤੇ। ਉਹ ਇੱਕ ਜਿਹੜਾ ਮੇਜਰ ਸਾਡਾ ਮਸਲਾ ਹੈ, ਕਿਉਂਕਿ ਹੁਣ ਦਿਨ ਬ ਦਿਨ ਕੋਡ ਲੱਗਣ ਦੇ ਦਿਨ ਨੇੜੇ ਆ ਰਹੇ ਆ ਔਰ ਬੈਂਕਾਂ ਵੱਲੋਂ ਸਾਨੂੰ ਪ੍ਰੈਸ਼ਰ ਹੈ, ਸਾਡੇ ਮੈਂਬਰ ਸਾਹਿਬਾਨ ਜਿਹੜੇ ਅਫੈਕਟਡ ਹੈ ਉਹਨਾਂ ਵੱਲੋਂ ਵੀ ਮਤਲਬ ਇਹ ਕਿਹਾ ਜਾ ਰਿਹਾ ਵੀ ਇਹਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕਰਾਇਆ ਜਾਵੇ। ਠੀਕ ਹੈ, ਪਾਰਟੀਆਂ ਕੁਝ ਚੀਜ਼ ਫ੍ਰੀ ਨਾ ਦੇਣ। ਹਾਂ, ਤੁਸੀਂ ਅਪੀਲ ਕੀਤੀ ਪਾਰਟੀਆਂ ਨੂੰ ਵੀ ਜਿਹੜਾ ਵਜਨ ਹੈ ਉਹ ਇੰਡਸਟਰੀਅਲਿਸਟਾਂ ਦੇ ਅਸੀਂ ਇਹ ਕਹਿੰਦੇ ਆ ਵੀ ਪਾਰਟੀ ਜੋ ਮਰਜ਼ੀ ਕਰੇ ਪਰ ਇਹਦਾ ਬਰਡਨ ਇੱਕ ਤਾਂ ਇੰਡਸਟਰੀ ਤੇ ਨਹੀਂ ਪੈਣਾ ਚਾਹੀਦਾ। ਔਰ ਜਿਹੜੀ ਸਾਨੂੰ ਪੰਜਾਬ ਦੀ ਜਿਹੜੀ ਗਰੋਥ ਹੈ ਜਾਂ ਜਿਹੜੀ ਸਾਨੂੰ ਬਿਜਲੀ ਦੀ ਸਪਲਾਈ ਹੈ ਉਹ ਜਿਹੜਾ ਸਰਕਾਰ ਵੱਲੋਂ ਜੋ ਵੀ ਇੰਡਸਟਰੀ ਨੂੰ ਜਿਹੜੀਆਂ ਰਿਕੁਆਇਰਡ ਐਮਿਨਿਟੀਜ਼ ਹੈ ਉਹ ਟਾਈਮਲੀ ਮਿਲਦੀਆਂ ਰਹਿਣੀਆਂ ਚਾਹੀਦੀਆਂ।